ਧੰਨ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਡੰਡੌਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖ਼ਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ, ਸਰਬ ਕਲਾਮ ਭਰਪੂਰ। ਰਾਜਾਨ ਰਾਜ ਪਾਨਾਨ ਪਾਨ, ਦੀਵਾਨ ਦੇਵ ਉਪਮਾ ਮਹਾਨ। ਵਾਲੀਏ ਕੁਲ ਦੋ ਜਹਾਂ, ਲੋਕ ਪਰਲੋਕ ਹਲਤ ਪਲਤ ਦੇ ਸਹਾਏ। ਦੋ ਜਹਾਨਾਂ ਦੇ ਵਾਲੀ, ਦਸਾਂ ਹੀ ਪਾਤਸ਼ਾਹੀਆਂ ਦੀ ਆਤਮਕ ਜੋਤ। ਗੁਰਤਾ ਗੱਦੀ ਉੱਤੇ ਸੁਭਾਏ ਮਾਨ, ਧੰਨ ਸਤਿਗੁਰੂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਨਿੱਘੀ ਪਿਆਰੀ ਗੋਦ ਦਾ ਆਨੰਦ ਮਾਣ ਰਹੇ ਗੁਰੂ ਕੇ ਮਹਾਨ ਸਤ ਸੰਗੀ ਜਨੋ। ਆਪ ਜੀ ਦੇ ਬਹੁਤ ਵੱਡੇ ਭਾਗ ਨੇ ਜੋ ਕਿ ਆਪ ਜੀ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਕੀ ਵਾਰ ਦਾ ਆਨੰਦ ਮਾਣ ਰਹੇ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਅਤੇ ਬਖਸ਼ਿਸ਼ ਕੀਤੀ ਹੈ। ਸਾਨੂੰ ਇਹ ਸਤਸੰਗ ਦੀਆਂ ਘੜੀਆਂ ਪ੍ਰਾਪਤ ਕੀਤੀਆਂ ਹਨ ਅਤੇ ਇਹਨਾਂ ਮਹਾਨ ਸਤਸੰਗ ਘੜੀਆਂ ਦੇ ਵਿੱਚ ਇਸ ਸਥਾਨ ਦੀ ਮਰਿਆਦਾ ਦੇ ਮੁਤਾਬਕ ਜੋ ਆਪ ਜੀ ਨਿਤਾਂ ਪ੍ਰਤੀ ਲੜੀਵਾਰ ਗੁਰਸ਼ਬਦ ਦੀ ਵਿਚਾਰ ਗੁਰੂ ਸਵਾਰਿਆਂ ਪਾਸੋਂ ਹਰ ਰੋਜ਼ ਸਰਵਣ ਕਰਦੇ ਹੋ, ਅੱਜ ਦੇ ਵਿਚਾਰ ਅਧੀਨ ਜੋ ਪਾਵਨ ਸ਼ਬਦ ਹੈ ਤਿਸ ਦਾ ਮੂਲ ਪਾਠ ਆਪ ਜੀ ਨੇ ਇਸ ਸਥਾਨ ਦੇ ਪਾਵਨ ਗ੍ਰੰਥੀ ਸਾਹਿਬਾਨ ਗਿਆਨੀ ਹਰਪਾਲ ਸਿੰਘ ਹੋਣਾ ਪਾਸੋਂ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਆਓ ਸਤਿਗੁਰੂ ਜੀ ਅੱਜ ਦੇ ਪਾਵਨ ਪਵਿੱਤਰ ਗੁਰਵਾਕ ਦੇ ਵਿੱਚ ਜੋ ਰੱਬੀ ਰਹਿਮਤ ਕਰ ਰਹੇ ਨੇ, ਉਸ ਰੱਬੀ ਰਹਿਮਤ ਨੂੰ, ਰੱਬੀ ਬਖਸ਼ਿਸ਼ ਨੂੰ
ਆਪਣੀ ਹਿਰਦੇ ਦੀ ਝੋਲੀ ਵਿੱਚ ਪਾਉਣਾ ਕਰੀਏ। ਸਾਰੇ ਹੀ ਬਖਸ਼ੋ ਅਸੀਸ, ਗੁਰੂ ਪਿਆਰ ਵਿੱਚ ਭਿੱਜ ਕੇ ਬੁਲਾਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਵਿਚਾਰ ਦੇ ਅਧੀਨ ਗੌੜੀ ਰਾਗ ਦੇ ਵਿੱਚੋਂ ਅੱਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੀ ਸਰਕਾਰ ਦੀ ਬਾਣੀ ਆਰੰਭ ਹੋਈ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਹੁਤ ਵੱਡੀ ਮਨੁੱਖਤਾ ਉੱਤੇ ਕਿਰਪਾ ਕੀਤੀ। ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਨੇ 15 ਵੱਖ-ਵੱਖ ਰਾਗਾਂ ਦੇ ਵਿੱਚ 59 ਸ਼ਬਦ ਉਚਾਰਨ ਕੀਤੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਰਾਗ ਦੇ ਵਿੱਚ ਕੋਈ ਬਾਣੀ ਉਚਾਰਨ ਨਹੀਂ ਕੀਤੀ ਹੈ। ਮਾਝ ਰਾਗ ਵਿੱਚ ਵੀ ਸਤਿਗੁਰੂ ਜੀ ਨੇ ਕੋਈ ਬਾਣੀ ਉਚਾਰਨ ਨਹੀਂ ਕੀਤੀ ਹੈ। ਗੌੜੀ ਰਾਗ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਤਕਰੀਬਨ 9 ਸ਼ਬਦ ਜਿਹੜੇ ਨੇ ਉਹਨਾਂ ਦੇ ਆਪ ਜੀ ਦਰਸ਼ਨ ਕਰੋਗੇ ਹੁਣ ਲੜੀਵਾਰ। ਤੇ ਇਹ ਗੌੜੀ ਰਾਗ ਦਾ ਪਹਿਲਾ ਸ਼ਬਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੱਲੋਂ ਉਚਾਰਨ ਕੀਤਾ ਹੋਇਆ ਹੈ, ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 219 ਅੰਕ ਉੱਤੇ ਸੁਭਾਏਮਾਨ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਆਰੰਭਤਾ ਹੁੰਦੀ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ। ਰਾਗ ਗੌੜੀ ਮਹੱਲਾ ਨੌਵਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਵਿਲੱਖਣਤਾ ਹੈ ਕਿ ਜਦੋਂ ਕਿਸੇ ਵੀ ਮਹਾਂਪੁਰਖ ਦੀ ਬਾਣੀ ਆਰੰਭ ਹੁੰਦੀ ਹੈ ਤੇ ਉਸ ਬਾਣੀ ਦੇ ਆਰੰਭ ਤੋਂ ਪਹਿਲਾਂ ਇਸ਼ਟ ਦੀ ਆਰਾਧਨਾ ਹੈ, ਅਕਾਲ ਪੁਰਖ ਪਰਮੇਸ਼ਰ ਦੀ ਆਰਾਧਨਾ ਕੀਤੀ ਗਈ ਹੈ। ਮੂਲ ਮੰਤਰ ਦਰਜ ਕੀਤਾ ਗਿਆ ਹੈ, ਭਾਵੇਂ ਉਹ ਮੂਲ ਮੰਤਰ ਸ਼ਾਰਟ ਰੂਪ ਦੇ ਵਿੱਚ ਹੋਵੇ ਤੇ ਭਾਵੇਂ ਸੰਪੂਰਨ ਰੂਪ ਦੇ ਵਿੱਚ ਦਰਜ ਕੀਤਾ ਹੋਵੇ। ਇੱਥੇ ਜਿਵੇਂ ਲਿਖਿਆ ਹੈ ਇੱਕ ਓੰਕਾਰ, ਅਕਾਲ ਪੁਰਖ ਪਰਮੇਸ਼ਰ ਉਹ ਇੱਕ ਹੈ, ਅਸੀਂ ਸਾਰੇ ਜਾਣਦੇ ਹਾਂ। ਔਰ ਅੱਜ ਸਾਨੂੰ ਇਹ ਆਮ ਜੀ ਗੱਲ ਲੱਗਦੀ ਹੈ। ਉਸ ਦਾ ਕਾਰਨ ਇਹ ਹੈ ਕਿ ਅਸੀਂ ਬਹੁਤ ਸਮੇਂ ਤੋਂ ਇਸ ਗੱਲ ਨੂੰ ਦ੍ਰਿੜ ਕਰ ਚੁੱਕੇ ਹਾਂ ਕਿ ਅਕਾਲ ਪੁਰਖ ਪਰਮੇਸ਼ਰ ਕੇਵਲ ਇੱਕ ਹੈ। ਪਰ ਅੱਜ ਤੋਂ 550 ਸਾਲ ਪਹਿਲਾਂ ਜਾਓਗੇ ਨਾ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਉਸ ਵੇਲੇ ਦੇ ਹਾਲਾਤ ਤਾਂ ਬੜੇ ਭਿਆਨਕ ਸਨ। ਇੱਕ ਹੀ ਘਰ ਦੇ ਵਿੱਚ ਇੱਕ ਰੱਬ ਨੂੰ ਨਹੀਂ ਸੀ ਮੰਨਿਆ ਜਾਂਦਾ। ਇੱਕ ਘਰ ਦੇ ਵਿੱਚ ਜੇ 4 6 5 ਜੀ ਰਹਿਣ ਵਾਲੇ ਨੇ ਨਾ ਤਾਂ ਉਹਨਾਂ ਦਾ ਭਗਵਾਨ ਵੀ ਵੱਖ-ਵੱਖ ਹੀ ਸੀ, ਉਹਨਾਂ ਦਾ ਰੱਬ ਵੀ ਵੱਖ-ਵੱਖ ਹੀ ਸੀ। ਕੋਈ ਚੰਦਰਮਾ ਦੀ ਪੂਜਾ ਕਰਦਾ ਸੀ, ਕੋਈ ਸੂਰਜ ਦੀ ਪੂਜਾ ਕਰਦਾ ਸੀ, ਕੋਈ ਪਿੱਪਲ ਨੂੰ ਰੱਬ ਮੰਨੀ ਬੈਠਾ ਸੀ, ਕੋਈ ਕਿਸੇ ਦਰਖਤ ਨੂੰ ਰੱਬ ਮੰਨੀ ਬੈਠਾ ਸੀ, ਕੋਈ ਕਿਸੇ ਪੱਥਰ ਇਤਿਆਦਿਕ ਨੂੰ ਰੱਬ ਮੰਨੀ ਬੈਠਾ ਸੀ। ਇਹ ਤਾਂ ਮਨੁੱਖਤਾ ਉੱਤੇ ਗੁਰੂ ਨਾਨਕ ਸਾਹਿਬ ਨੇ ਬਹੁਤ ਵੱਡਾ ਪਰਉਪਕਾਰ ਕੀਤਾ ਕਿ ਮਨੁੱਖਤਾ ਨੂੰ ਇੱਕ ਦੇ ਲੜ ਲਾਇਆ ਤੇ ਸਾਰੀ ਮਨੁੱਖਤਾ ਨੂੰ ਇੱਕ ਸੰਦੇਸ਼ਾ ਦਿੱਤਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸਾਹਿਬ ਮੇਰਾ ਏਕੋ ਹੈ, ਭਾਈ ਸਾਹਿਬ ਮੇਰਾ ਏਕੋ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਰੱਬ ਦੋ ਨਹੀਂ ਹੋ ਸਕਦੇ। ਸਰਵਰੇ ਕਾਇਨਾਤ ਦਾ ਰੱਬ ਕੇਵਲ ਇੱਕ ਹੈ ਜੋ ਸਾਰੀ ਕਾਇਨਾਤ ਨੂੰ ਸਿਰਜਣ ਵਾਲਾ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਹਾਂ ਉਹ ਇੱਕ ਹੋਣ ਦੇ ਬਾਵਜੂਦ ਉਹ ਜ਼ਰਰੇ ਜ਼ਰਰੇ ਵਿੱਚ ਵਸਿਆ ਹੋਇਆ, ਕਣ ਕਣ ਵਿੱਚ ਵਸਿਆ ਹੋਇਆ, ਜਿਸ ਨੂੰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਭਈ ਮੈਂ ਤਾਂ ਇਉਂ ਮਹਿਸੂਸ ਕਰਦਾ ਕਿ ਜਹਾਂ ਜਹਾਂ ਪੇਖੋਂ ਤਾਂ ਹਜ਼ੂਰ ਦੂਰ ਕਤਹੁ ਨਾ ਜਾਈ, ਰਬ ਰਿਹਾ ਸਰਬੱਤਰ ਮੈਂ ਮਨ ਸਦਾ ਤੇ ਆਈ।
ਜਿਸ ਨੂੰ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਨੇ ਕਿ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਗੁਰਦੇਵ ਕਹਿੰਦੇ ਨੇ ਜੋ ਇੱਕ ਹੈ, ਜੋ ਸਰਵ ਵਿਆਪਕ ਹੈ, ਮੇਰੇ ਸਤਿਗੁਰੂ ਕਹਿੰਦੇ ਨੇ ਉਹ ਸਤ ਹੈ, ਉਹ ਅਟਲ ਹੈ, ਉਹ ਹਮੇਸ਼ਾ ਕਾਇਮ ਰਹਿਣ ਵਾਲਾ ਹੈ। ਇਹ ਦੁਨੀਆ ਰਵੇ ਨਾ ਰਵੇ, ਪਰ ਉਸ ਮਾਲਕ ਨੇ ਹਮੇਸ਼ਾ ਕਾਇਮ ਰਹਿਣਾ ਹੈ। ਚੇਤੇ ਰੱਖਣਾ, ਨਾ ਦੇਵ ਦਾਨਵਰਾ ਨਰਾ, ਨਾ ਸਿੱਧ ਸਾਧਕਾ ਤਰਾ, ਅਸਤ ਏਕ ਦਿਗਰ ਕੂਹੀ, ਏਕ ਤੂੰ ਹੀ ਏਕ ਤੂੰ ਹੀ। ਉਸ ਇੱਕ ਨੇ ਹਮੇਸ਼ਾ ਰਹਿਣਾ ਹੈ। ਔਰ ਸਤਿਗੁਰੂ ਜੀ ਨੇ ਇਹ ਵੀ ਭੁਲੇਖਾ ਕੱਢ ਦਿੱਤਾ ਵੀ ਕਦੋਂ ਤੋਂ ਤੇ ਕਦੋਂ ਤੱਕ ਰਹੇਗਾ। ਸਤਿਗੁਰੂ ਕਹਿੰਦੇ ਨੇ ਯਾਦ ਰੱਖੋ, ਉਹ ਆਦ ਸੱਚ ਹੈ, ਉਹ ਜੁਗਾਦ ਸੱਚ ਹੈ, ਉਹ ਹੈ ਭੀ ਸੱਚ ਹੈ, ਤੇ ਉਹ ਆਉਣ ਵਾਲੇ ਸਮੇਂ ਵਿੱਚ ਨਾਨਕ ਹੋਸੀ ਭੀ ਸੱਚ। ਉਹ ਆਉਣ ਵਾਲੇ ਸਮੇਂ ਤੱਕ ਵੀ ਉਹ ਸੱਤ ਹੀ ਰਹੇਗਾ, ਕਾਇਮ ਰਹੇਗਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਫਿਰ ਸੁੱਤੇ ਸਿੱਧ ਉਸ ਮਾਲਕ ਦੀ ਵਡਿਆਈ ਸੁਣ ਕੇ, ਉਸ ਮਾਲਕ ਦੀ ਸ਼ੋਭਾ ਸੁਣ ਕੇ ਸਾਡੇ ਮਨ ਵਿੱਚ ਚਾਉ ਪੈਦਾ ਹੋਏਗਾ ਕਿ ਇਹੋ ਜਿਹੇ ਅਕਾਲ ਪੁਰਖ ਪਰਮੇਸ਼ਰ ਨੂੰ ਜੇ ਮਿਲਣਾ ਹੋਵੇ ਫਿਰ ਵਿਧੀ ਕੀ ਹੈ, ਫਿਰ ਢੰਗ ਕੀ ਹੈ। ਤੇ ਮੇਰੇ ਮਾਲਕ ਕਹਿੰਦੇ ਨੇ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਮਿਲਣ ਦਾ ਢੰਗ ਹੈ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਰਹਿਮਤ ਦੁਆਰਾ ਤੁਸੀਂ ਉਹਨੂੰ ਮਿਲ ਸਕਦੇ ਹੋ। ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ ਉਸ ਨੂੰ ਉਹ ਪਾਰ ਬ੍ਰਹਮ ਪਰਮੇਸ਼ਰ ਪਿਆਰਾ ਮਿਲ ਜਾਂਦਾ ਹੈ। ਕਿਉਂਕਿ ਸਤਿਗੁਰੂ ਕਹਿੰਦੇ ਨੇ ਕਿ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਅੱਜ ਤੱਕ ਗੁਰੂ ਤੋਂ ਬਿਨਾਂ ਕਿਸੇ ਨੇ ਉਹਨੂੰ ਪ੍ਰਾਪਤ ਨਹੀਂ ਕੀਤਾ ਹੈ, ਕਿਸੇ ਨੇ ਉਸ ਨੂੰ ਹਾਸਲ ਨਹੀਂ ਕੀਤਾ ਹੈ। ਸੋ ਗੌੜੀ ਰਾਗ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਨੇ। ਗੁਰਦੇਵ ਆਖਦੇ ਨੇ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਅਹਨਿਸ ਭਾਗੋ ਰਹਾਓ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਇੱਕ ਖਾਸੀਅਤ ਹੈ, ਇੱਕ ਵਿਸ਼ੇਸ਼ਤਾ ਹੈ। ਆਪ ਜੀ ਸਹਿਜ ਪਾਠ ਕਰਦੇ ਹੋ, ਬਾਣੀ ਪੜ੍ਹਦੇ ਹੋ, ਆਪ ਜੀ ਨੇ ਵੇਖਿਆ ਹੋਏਗਾ। ਤੇ ਜੇ ਨਹੀਂ ਹਜੇ ਤੱਕ ਸਹਿਜ ਪਾਠ ਕੀਤਾ ਫਿਰ ਮੈਂ ਬੇਨਤੀ ਕਰਾਂਗਾ ਕਿ ਸਾਨੂੰ ਆਪਣਾ ਸਹਿਜ ਪਾਠ ਆਪ ਜਾਰੀ ਕਰ ਦੇਣਾ ਚਾਹੀਦਾ ਹੈ, ਤਾਂ ਕਿ ਅਸੀਂ ਇਸ ਮਨੁੱਖਾ ਜੀਵਨ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਸਕੀਏ। ਦੂਜੀ ਗੱਲ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 400 ਸਾਲਾਂ ਪ੍ਰਕਾਸ਼ ਪੁਰਬ ਅਸੀਂ ਮਨਾਉਣ ਜਾ ਰਹੇ ਹਾਂ 1 ਤਰੀਕ ਨੂੰ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਕੇਵਲ 59 ਸ਼ਬਦ ਨੇ, 57 ਸ਼ਲੋਕ ਨੇ। ਤੇ ਯਤਨ ਕਰੀਏ, ਉਪਰਾਲਾ ਕਰੀਏ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਸੰਪੂਰਨ ਬਾਣੀ ਹੈ ਘੱਟੋ ਘੱਟ ਇਸ ਮਨੁੱਖਾ ਜੀਵਨ ਵਿੱਚ ਉਹਦੇ ਹੀ ਦਰਸ਼ਨ ਕਰ ਲਈਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਟਕਾ ਸਾਹਿਬ ਮਿਲ ਜਾਂਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਬਾਣੀ ਦੇ ਉਚੇਚੇ ਤੌਰ 'ਤੇ ਤਿਆਰ ਕੀਤੇ ਹੋਏ, ਉਹਨਾਂ ਦਾ ਪਾਠ ਤੁਸੀਂ ਕਰ ਸਕਦੇ ਹੋ। ਘੱਟੋ ਘੱਟ ਅਸੀਂ ਕਹਿ ਸਕੀਏ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ 'ਤੇ ਮੈਂ ਉਹਨਾਂ ਦੀ ਸੰਪੂਰਨ ਬਾਣੀ ਦੇ ਦਰਸ਼ਨ ਕੀਤੇ ਨੇ। ਤੇ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਨਾ ਕਿ ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਤੇ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਇੱਕ ਇੱਕ ਸ਼ਬਦ ਨੂੰ ਵਿਚਾਰਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ। ਸੋ ਮੈਂ ਗੱਲ ਕਰ ਰਿਹਾ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜਦੋਂ ਤੁਸੀਂ ਆਪ ਪੜ੍ਹੋਗੇ ਨਾ ਤੇ ਤੁਹਾਨੂੰ ਇੱਕ ਵਿਸ਼ੇਸ਼ਤਾ ਨਜ਼ਰ ਆਏਗੀ, ਇੱਕ ਖਾਸੀਅਤ ਨਜ਼ਰ ਆਏਗੀ। ਉਹ ਇਹ ਹੈ ਕਿ ਸਭ ਤੋਂ ਸਰਲ ਅਤੇ ਸੌਖੀ ਭਾਸ਼ਾ ਸਤਿਗੁਰੂ ਜੀ ਨੇ ਵਰਤੀ ਹੈ। ਨੰਬਰ 2, 59 ਤੇ 59 ਸ਼ਬਦਾਂ ਦੇ ਵਿੱਚ ਆਪ ਜੀ ਵੇਖੋਗੇ ਪਹਿਲਾ ਹੀ ਬੰਦ ਰਾਹੋ ਵਾਲਾ ਬੰਦ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ। ਨਹੀਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਕਰੀਬਨ ਆਮ ਸ਼ਬਦਾਂ ਵਿੱਚ ਦੂਜਾ ਬੰਦ ਜਿਹੜਾ ਹੈ ਉਹ ਰਾਹੋ ਵਾਲਾ ਮਿਲੇਗਾ, ਪਰ ਗੁਰਦੇਵ ਨੇ ਪਹਿਲਾ ਹੀ ਬੰਦ ਜਿਹੜਾ ਹੈ ਉਹ ਰਾਹੋ ਵਾਲਾ ਸਾਰੇ ਹੀ ਸ਼ਬਦਾਂ ਵਿੱਚ ਬਖਸ਼ਿਸ਼ ਕੀਤਾ ਹੈ। ਭਾਵ ਸ਼ਬਦ ਦਾ ਕੇਂਦਰੀ ਭਾਵ, ਸ਼ਬਦ ਦਾ ਤੱਤ ਭਾਵ ਨਿਚੋੜ,
पहले बंद विच ही बख्शिश कर दिता है। धन गुरु तेग बहादुर साहिब महाराज इस पहले बंद विच संबोधन कर रहे ने उन्हां व्यक्तियां नूं जिन्हां नूं समाज धर्मी कहिंदा है, साधु कहिंदा है, संत कहिंदा है, महात्मा कहिंदा है, महापुरुष कहिंदा है। गुरुदेव पातशाह कहंदे लोकी तुहाडे ते बहुत विश्वास रखदे ने, लोकी तुहाडे तो बहुत वड्डी आस रखदे ने कि तुसी धर्मी हो। किसी साधु दा, किसी संत दा, किसी महात्मा दा जीवन बहुत उच्चा सुच्चा है। गुरुदेव कहंदे मैं तुहानूं संबोधन हो के एक गल करना चाहुंदा है और ये गल नेड़े दी है। गुरुदेव पातशाह कहन लगे भी आम व्यक्तियों की पहुँच तो परे है। आम व्यक्ति तो तुहाडे बाणी नूं वेख के ही दूरों ही हाथ जोड़ के खलो जाते। आम व्यक्ति तो तुहाडे लिबास नूं वेख के ही दूरों हाथ जोड़ के खलो जाते ने भी कोई साधु है, कोई संत है, कोई महात्मा है। पर गुरु तेग बहादुर साहब कहने कि मैं तुहानूं नेड़े तो वेखिया है, तुहानूं नज़दीक तो वेखे। नेड़े तो वेखण दा भाव है तुहाडे अंतर आत्मे झात मार के वेखी है, तुहाडे अंदर मन दे वलवलियां नूं वेखिया है ते मैनूं जो नज़र आया है वो मैं तुहाडे सामने रख देना। मैनूं इउं लग्गिया तुसी साधु तां बन गए हो, तुसी धर्मी तां बन गए हो। बाणा पा के तुसी जिहड़ा है वो संतां कहाउणा शुरू कर दिता है। पर सच गल ये है तुसी अपने मन का मान नहीं त्यागया है, अपने मन का अभिमान नहीं त्यागया है, अपने मन का अहंकार नहीं त्यागया है। हुण ये गल गुरु तेग बहादुर साहिब महाराज ने जदों आखी ना तो साधु धौण हिलांदे ने, कहण लगे गुरुदेव गल तां सच्ची है, गल ते तुसी ठीक ही आख रहे हो। सतगुरु कहण लगे मैं केवल मान की गल नहीं कर रहा, केवल तो केवल अहंकार की गल नहीं कर रहा, होर भी बहुत कुछ है जो त्यागण वाला है। हजे होर भी बहुत कुछ है जो त्यागण वाला है। चेते रखो काम क्रोध संगत दुर्जन की ताते अहनिस भागो। कि तुसी काम त्याग दिता है, कि तुसी क्रोध त्याग दिता है, भैड़े पुरसां दी दुर्जनां दी कहण लगे संगत त्याग दिती है, उस तो दूर आ गए हो भज के, कि हजे भी उहदे विच ही खज्जित है गए हो, कि हजे भी उहदे विच ही लुभायमान हो। हुण साधु मजबूर है, सोची पै गया भी ये की है। ते अज ये हर एक व्यक्ति नूं समझण दी लोड़ है। हर एक व्यक्ति साधु बन सकता है, हर एक व्यक्ति संत बन सकता है जे वो इन्हां शर्तां नूं पूरा करदा होवे कि अपने मन विचों अहंकार नूं त्याग देवे, अपने मन विचों काम नूं त्याग देवे, क्रोध नूं त्याग देवे, भैड़ियां दी संग करना त्याग देवे, पंज दुष्टां दा संग त्याग देवे। सतगुरु पातशाह कहंदे भलिओ भी घरों तां निकले सी तुसी इन्हां सब नूं त्यागण वास्ते, पर हजे तक तुसी इन्हां दी संगत विच ही रचे मिचे पए हो। और गुरु तेग बहादुर साहिब महाराज कहंदे ने ये गल केवल मैनूं महसूस नहीं हो रही है, ये गल बाकी महापुरुषां नूं भी महसूस हुई है। ये केवल मैनू महसूस नहीं हो रहा, मैं तो तुहाडे तीर्थां दा भरमण करदियां करदियां पता नहीं किन्ने साधुआं दे टोलियां नूं मिले हैं, किन्नियां नूं मिले हैं, मैं तो नज़दीक हो के वेखिया। कहण लगे ये होर भी महापुरुषां ने वेखिया है। सच्ची गल तां यह है, कबीर साहब नूं पुछ के वेख लो, कबीर साहब नूं पुछ के वेखो। कबीर साहब भी कहंदे ने, कबीर साहब ने भी तुहानूं कहा सी, कबीर साहब भी मिले होणगे, उन्होंने भी तुहाडे वर्गे महापुरुषां नूं कईयां नूं कहा होएगा, कबीर माया तजी तो क्या भया, मान तजया नहीं जाए।
ਕਬੀਰ ਸਾਹਿਬ ਨੂੰ ਤੁਸੀਂ ਕਹਿ ਦਿੱਤਾ, ਦੇਖੋ ਜੀ ਅਸੀਂ ਤਾਂ ਰਾਜ ਪਾਟ ਛੱਡ ਕੇ ਆ ਗਏ, ਮਾਇਆ ਛੱਡ ਕੇ ਆ ਗਏ, ਦੌਲਤ ਛੱਡ ਕੇ ਆ ਗਏ, ਕਿੰਨਾ ਕੁਝ ਛੱਡ ਕੇ ਆ ਗਏ, ਅਸੀਂ ਸਾਧੂ ਬਣ ਗਏ, ਅਸੀਂ ਮਹਾਤਮਾ ਬਣ ਗਏ, ਅਸੀਂ ਸੰਤ ਬਣ ਗਏ। ਤੇ ਕਬੀਰ ਸਾਹਿਬ ਨੇ ਉਦੋਂ ਕਿਹਾ ਸੀ, ਭਲਿਓ ਕੀ ਹੋਇਆ ਜੇ ਮਾਇਆ ਛੱਡ ਕੇ ਆ ਗਏ? ਪਰ ਮਾਇਆ ਛੱਡਣ ਦਾ ਹੀ ਤੁਹਾਨੂੰ ਹੰਕਾਰ ਹੋ ਗਿਆ, ਤੁਸੀਂ ਹੰਕਾਰ ਨਹੀਂ ਛੱਡਿਆ। ਮਾਨ ਤਜਿਆ ਨਹੀਂ ਜਾਏ, ਹੰਕਾਰ ਨਹੀਂ ਛੱਡਿਆ। ਮਾਨ ਮੁਨੀਬਰ ਸਭੈ ਗਲੇ, ਮਾਨ ਸਭੈ ਕੋ ਖਾਏ। ਵੀ ਸਾਰੇ ਉਸ ਅਹੰਕਾਰ ਵਿੱਚ ਗਲ ਗਏ। ਉਹ ਮਾਨ ਤੁਹਾਡੇ ਸਾਰੇ ਜੀਵਨ ਨੂੰ ਤਬਾਹ ਕਰ ਗਿਆ, ਖਤਮ ਕਰ ਗਿਆ। ਕਬੀਰ ਸਾਹਿਬ ਕਹਿੰਦੇ ਨੇ, ਐਵੇਂ ਥੋੜੀ ਨਾ ਸਾਧੂ ਬਣਿਆ ਜਾਂਦਾ ਹੈ, ਸੰਤ ਐਵੇਂ ਥੋੜੀ ਨਾ ਬਣਿਆ ਜਾਂਦਾ ਹੈ, ਮਹਾਪੁਰਸ਼ ਐਵੇਂ ਥੋੜੀ ਨਾ ਬਣਿਆ ਜਾਂਦਾ। ਪਤਾ ਕੌਣ ਸੰਤ ਹੈ? ਇਹ ਦੁਨੀਆਦਾਰ ਲੋਕ ਇਹ ਤੁਹਾਡੇ ਉੱਤੇ ਆਸ ਰੱਖਦੇ ਨੇ, ਤੁਹਾਨੂੰ ਧਰਮੀ ਸਮਝਦੇ ਨੇ, ਤੁਹਾਨੂੰ ਸੰਤ ਸਮਝਦੇ ਨੇ, ਤੁਹਾਨੂੰ ਉਸ ਰੱਬ ਦਾ ਰੂਪ ਹੀ ਸਮਝਦੇ ਨੇ। ਤੇ ਸਾਧੂ ਐਵੇਂ ਨਹੀਂ ਬਣਿਆ ਜਾਂਦਾ। ਸਾਧੂ ਬਣਨ ਵਾਸਤੇ ਅਹੰਕਾਰ ਛੱਡਣਾ ਪੈਂਦਾ ਹੈ। ਸਾਧੂ ਬਣਨ ਵਾਸਤੇ ਬਹੁਤ ਕੁਝ ਤਿਆਗਣਾ ਪੈਂਦਾ ਹੈ। ਕਬੀਰ ਸਾਹਿਬ ਜੀ ਜਰਾ ਦੱਸੋ ਤੇ ਸਹੀ, ਜਿਨ੍ਹਾਂ ਲੋਕਾਂ ਨੂੰ ਭੁਲੇਖਾ ਹੈ ਵੀ ਅਸੀਂ ਬਾਹਰੋਂ ਬਾਣਾ ਪਾ ਲਿਆ, ਲਿਬਾਸ ਪਾ ਲਿਆ, ਲੋਕ ਸਾਨੂੰ ਮੱਥੇ ਟੇਕਦੇ ਨੇ, ਅਸੀਂ ਤੇ ਬਣ ਗਏ ਬਾਬੇ, ਜਟਾਵਾਂ ਵਧਾ ਲਈਆਂ, ਮੱਥੇ ਤੇ ਤਿਲਕ ਲਾ ਲਏ, ਬਸ ਅਸੀਂ ਤੇ ਸੰਤ ਬਣ ਗਏ। ਕਬੀਰ ਸਾਹਿਬ ਕਹਿੰਦੇ ਨੇ, ਨਹੀਂ ਨਹੀਂ ਨਹੀਂ, ਇਸ ਤਰ੍ਹਾਂ ਹਰ ਕੇ ਸੰਤ ਨਹੀਂ ਬਣਿਆ ਜਾ ਸਕਦਾ। ਕਬੀਰ ਸਾਹਿਬ ਕਹਿੰਦੇ ਨੇ, ਜੇ ਆ ਕੁਝ ਤੁਸੀਂ ਤਿਆਗਿਆ ਹੀ ਨਹੀਂ ਨਾ, ਮਾਨ ਹੰਕਾਰ ਕਾਮ ਕ੍ਰੋਧ ਲੋਭ ਹੰਕਾਰ, ਫੇਰ ਤੇ ਮੈਨੂੰ ਇਉਂ ਲੱਗਦਾ ਹੈ ਓਏ ਹਰ ਕੇ ਸੰਤ ਨਾ ਆਖੀਏ, ਬਾਨਾਰਸ ਕੇ ਠੱਗ। ਫਿਰ ਤੇ ਤੁਸੀਂ ਕੇਵਲ ਬਨਾਰਸ ਦੇ ਠੱਗ ਹੋ। ਸਾਧੂ ਬਣਨਾ ਇੱਕ ਸਾਧਨਾ ਹੈ, ਸੰਤ ਬਣਨਾ ਇੱਕ ਸਾਧਨਾ ਹੈ। ਪਾਰ ਬ੍ਰਹਮ ਦਾ ਰੂਪ ਹੀ ਹੋ ਜਾਂਦਾ ਹੈ ਉਹ। ਪਰ ਕਿਵੇਂ ਹੋ ਜਾਂਦਾ ਹੈ? ਕਬੀਰ ਸਾਹਿਬ ਕਹਿੰਦੇ ਨੇ ਕਿ ਮੈਨੂੰ ਇਉਂ ਲੱਗਦਾ ਹੈ ਉਹਨਾਂ ਦੇ 2-3 ਸ਼ਲੋਕ ਲੜੀਵਾਰ ਨੇ। ਤੇ ਕਬੀਰ ਸਾਹਿਬ ਕਹਿੰਦੇ ਵੀ ਜਿਹੜਾ ਸਾਧੂ ਹੋਵੇ ਨਾ, ਉਹਦਾ ਜੀਵਨ ਇੰਨਾ ਉੱਚਾ ਸੁੱਚਾ ਹੋਣਾ ਚਾਹੀਦਾ। ਜੇ ਉਹ ਆਪਣੇ ਅਭਿਮਾਨ ਨੂੰ ਤਿਆਗਣਾ ਚਾਹੁੰਦਾ ਹੈ ਤਾਂ ਉਹ ਕੀ ਕਰੇ? ਅਹੰਕਾਰ ਨੂੰ ਤਿਆਗਣਾ ਚਾਹੁੰਦਾ ਤਾਂ ਕੀ ਕਰੇ? ਜਿਵੇਂ ਇੱਥੇ ਕਹਿ ਰਹੇ ਨਾ ਗੁਰੂ ਤੇਗ ਬਹਾਦਰ ਸਾਹਿਬ, ਸਾਧੋ ਮਨ ਕਾ ਮਾਨ ਤਿਆਗ, ਵੀ ਹੰਕਾਰ ਤਿਆਗਣਾ ਹੈ। ਫਿਰ ਕੀ ਕਰੇ? ਕਬੀਰ ਸਾਹਿਬ ਕਹਿੰਦੇ ਵੀ ਜਿਹੜਾ ਹਰ ਦਾ ਸੰਤ ਬਣਨਾ ਚਾਹੁੰਦਾ ਹੈ ਉਹ ਰੋੜਾ ਬਣ ਜਾਏ। ਇੱਟਾਂ ਦਾ ਰੋੜਾ ਹੁੰਦਾ ਨਾ, ਰੋੜਾ ਬਣ ਜਾਏ। ਤੇ ਰੋੜਾ ਬਣ ਕੇ ਉਹ ਸੜਕ ਦੇ ਉੱਤੇ ਜਿਹੜਾ ਪਿਆ ਹੋਇਆ, ਠੇਡੇ ਵੱਜਣਗੇ, ਅਭਿਮਾਨ ਚਲਾ ਜਾਏਗਾ। ਪਰ ਕਬੀਰ ਸਾਹਿਬ ਕਹਿੰਦੇ ਨਾ ਪਈ ਨਾ, ਸੰਤ ਦਾ ਜੀਵਨ ਕਿਤੇ ਇਸ ਤਰ੍ਹਾਂ ਹੋਣਾ ਚਾਹੀਦਾ ਹੈ। ਜੇ ਰੋੜਾ ਹੋ ਗਿਆ ਤੇ ਜਿਹੜੇ ਲੋਕ ਰਾਹਗੀਰ ਨਿਕਲਣਗੇ, ਪੰਥੀ ਨਿਕਲਣਗੇ, ਉਹਨਾਂ ਦੇ ਕਿਸੇ ਦੇ ਠੇਡਾ ਵੱਜੇਗਾ। ਹੋ ਸਕਦਾ ਹੈ ਕੋਈ ਗੁਰੂ ਪਿਆਰਾ ਨਿਕਲ ਰਿਹਾ ਹੋਵੇ, ਕੋਈ ਧਰਮ ਦੀ ਸਾਧਨਾ ਕਰਨ ਜਾ ਰਿਹਾ ਹੋਵੇ, ਤੇ ਉਹਦੇ ਠੇਡਾ ਵੱਜੇ, ਉਹਨੂੰ ਦੁੱਖ ਨਹੀਂ ਹੋਏਗਾ। ਕਹਿਣ ਲੱਗੇ ਫਿਰ ਕੀ ਫਾਇਦਾ ਹੋਇਆ? ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਰੋੜਾ ਹੋਏ ਰਿਓ ਬਾਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਚਲੋ ਜੀ, ਰੋੜਾ ਹੋ ਜਾਏ, ਮਨ ਦਾ ਅਭਿਮਾਨ ਛੱਡ ਦੇਵੇ, ਕਹਿਣ ਲੱਗੇ ਕੋਈ ਇਸ ਤਰ੍ਹਾਂ ਦਾ ਸਾਧੂ ਬਣ ਜਾਏ, ਦਾਸ ਬਣ ਜਾਏ, ਸੰਤ ਬਣ ਜਾਏ, ਤਾਂ ਉਹਨੂੰ ਭਗਵਾਨ ਮਿਲ ਸਕਦਾ ਹੈ। ਪਰ ਅਗਲੇ ਸ਼ਲੋਕ ਵਿੱਚ ਕਬੀਰ ਸਾਹਿਬ ਕਹਿੰਦੇ ਨਹੀਂ 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 ਨਹੀਂ, ਇੱਥੇ ਹੀ ਬਸ ਨਹੀਂ, ਇਹ ਤਾਂ ਬਹੁਤ ਵੱਡੀ ਸਾਧਨਾ ਹੈ, ਇਹ ਨਹੀਂ। ਕਹਿਣ ਲੱਗੇ ਕਬੀਰ ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੇ। ਇਹ ਸਾਧੂ ਦਾ ਕੰਮ ਇਹ ਨਹੀਂ ਹੈ ਕਿਸੇ ਨੂੰ ਦੁਖੀ ਕਰੇ। ਸੰਤ ਦਾ ਕੰਮ ਇਹ ਥੋੜੀ ਨਾ ਕੋਈ ਸਾਡੇ ਤੋਂ ਦੁਖੀ ਹੋ ਜਾਏ। ਨਹੀਂ ਨਹੀਂ ਨਹੀਂ। ਕਹਿਣ ਲੱਗੇ ਕੀ ਹੋਇਆ ਜੇ ਤੂੰ ਰੋੜਾ ਹੋ ਗਿਆ? ਪੰਥੀ ਨੂੰ ਤੇ ਦੁੱਖ ਦੇ ਰਹੇ, ਵੀ ਰਾਹਗੀਰ ਨੂੰ ਤੇ ਦੁੱਖ ਦੇ ਰਹੇ, ਉਹਦੇ ਠੇਡੇ ਵੱਜ ਗਿਆ, ਦੁੱਖ ਹੋ ਰਿਹਾ ਉਹਨੂੰ। ਐਸਾ ਤੇਰਾ ਦਾਸ ਹੈ ਜੋ ਧਰਨੀ ਮੈਂ ਖੇ। ਸਾਧੂ ਕਿਸ ਤਰ੍ਹਾਂ ਦਾ ਚਾਹੀਦਾ ਹੈ? ਤੇਰਾ ਸੇਵਕ, ਤੇਰਾ ਦਾਸ ਕਿਵੇਂ ਦਾ ਚਾਹੀਦਾ ਹੈ? ਜਿਵੇਂ
ਧਰਨੀ ਮੈਂ ਖੇ, ਜਿਵੇਂ ਧਰਤੀ ਦੇ ਵਿੱਚ ਖੇ ਹੈ, ਧੂੜ ਹੈ, ਕਹਿਣ ਲੱਗੇ ਧੂੜ ਵਰਗਾ ਹੋਣਾ ਚਾਹੀਦਾ ਹੈ, ਵੀ ਧੂੜ ਕਿਸੇ ਦੇ ਲੱਗ ਵੀ ਜਾਏ ਤੇ ਉਹਨੂੰ ਦੁੱਖ ਨਹੀਂ ਹੁੰਦਾ। ਪਰ ਕਬੀਰ ਸਾਹਿਬ ਕਹਿੰਦੇ ਨਾ ਭਾਈ ਨਾ, ਕੋਈ ਨਹਾ ਧੋ ਕੇ ਸੋਹਣੇ ਵਸਤਰ ਪਾ ਕੇ ਗੁਰਦੁਆਰੇ ਚੱਲੇ, ਮੰਦਰ ਚੱਲੇ, ਮਸਜਿਦ ਚੱਲੇ, ਧਰਮ ਦੀ ਸਾਧਨਾ ਕਰਨ ਚੱਲਿਆ, ਬੰਦਗੀ ਕਰਨ ਚੱਲਿਆ, ਕਹਿਣ ਲੱਗੇ ਥੋੜਾ ਨਾ ਵੀ ਤੂੰ ਉਹਦੇ ਅੰਗਾਂ ਨੂੰ ਲੱਗ ਜਾਏ, ਉਹਦੇ ਤਾਂ ਵਸਤਰ ਮੈਲੇ ਹੋ ਗਏ ਨਾ। ਕਹਿਣ ਲੱਗੇ ਕਬੀਰ ਖੇ ਹੁਈ ਤੋ ਕਿਆ ਭਇਆ, ਜੋ ਉੱਡ ਲਾਗੈ ਅੰਗ, ਹਰ ਜਨ ਐਸਾ ਚਾਹੀਐ, ਜੋ ਪਾਣੀ ਸਰਭੰਗ। ਕਬੀਰ ਸਾਹਿਬ ਕਹਿੰਦੇ ਨਹੀਂ ਨਹੀਂ ਨਹੀਂ, ਸਾਧੂ ਖੇ ਵਰਗਾ ਵੀ ਨਹੀਂ ਚਾਹੀਦਾ, ਵੀ ਧੂੜ ਵਰਗਾ ਵੀ ਨਹੀਂ ਚਾਹੀਦਾ, ਮਿੱਟੀ ਵਰਗਾ ਵੀ ਨਹੀਂ ਚਾਹੀਦਾ। ਕਿਹੋ ਜਿਹਾ ਚਾਹੀਦਾ ਹੈ? ਪਾਣੀ ਵਰਗਾ ਚਾਹੀਦਾ ਹੈ, ਜਲ ਵਰਗਾ ਚਾਹੀਦਾ ਹੈ। ਕਹਿਣ ਲੱਗੇ ਜੀਵਨ ਸਾਧੂ ਦਾ ਜਲ ਵਰਗਾ ਹੋਵੇ, ਜਿਹੜਾ ਛਕੇ ਉਹ ਤ੍ਰਿਪਤ ਹੋ ਜਾਏ। ਪਰ ਕਬੀਰ ਸਾਹਿਬ ਨੇ ਅਗਲੀ ਗੱਲ ਕਹੀ, ਕਹਿਣ ਲੱਗੇ ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਐ, ਜੈਸਾ ਹਰ ਹੀ ਹੋਏ। ਉਹ ਕਹਿੰਦੇ ਨਹੀਂ ਨਹੀਂ ਨਹੀਂ, ਨਾ ਰੋੜੇ ਵਰਗਾ ਚਾਹੀਦਾ ਤੇ ਨਾ ਧੂੜ ਵਰਗਾ ਚਾਹੀਦਾ, ਤੇ ਨਾ ਹੀ ਪਾਣੀ ਵਰਗਾ ਚਾਹੀਦਾ। ਹਰੀ ਦਾ ਦਾਸ ਕਿਹੋ ਜਿਹਾ ਹੋਵੇ ਜੀ? ਹਰੀ ਵਰਗਾ ਹੀ ਹੋਵੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰਮੇਸ਼ਵਰ ਵਰਗਾ ਹੀ ਚਾਹੀਦਾ ਹੈ, ਰੱਬ ਵਰਗਾ ਹੀ ਚਾਹੀਦਾ ਹੈ। ਰੱਬ ਤਾਂ ਪਰਉਪਕਾਰੀ ਹੈ, ਪਰਮੇਸ਼ਰ ਵਾਹਿਗੁਰੂ ਜੀ ਤਾਂ ਸਭ ਦਾ ਭਲਾ ਮਨਾਉਂਦਾ ਹੈ। ਰੱਬ ਤਾਂ ਦਿਆਲੂ ਹੈ, ਰੱਬ ਤਾਂ ਕਿਰਪਾਲੂ ਹੈ, ਰੱਬ ਤਾਂ ਨਿਰਵਿਕਾਰੀ ਹੈ, ਰੱਬ ਤਾਂ ਨਿਰਹੰਕਾਰੀ ਹੈ। ਤੇ ਹਰੀ ਦਾ ਦਾਸ ਵੀ ਉਸੇ ਤਰ੍ਹਾਂ ਦਾ ਚਾਹੀਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਪੁੱਛਿਆ ਸੀ, ਜਿਹੜੇ ਸੰਤ ਨੇ, ਸਤ ਸੰਗੀ ਨੇ, ਮਹਾਂਪੁਰਸ਼ ਨੇ, ਜਿਹੜੇ 8 ਪਹਿਰ ਬੰਦਗੀ ਕਰਦੇ ਨੇ, ਪ੍ਰਭੂ ਦਾ ਸਿਮਰਨ ਕਰਦੇ ਨੇ, ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ? ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ। ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਭੇਦ ਨ ਜਾਣੋ ਮੂਲ ਸਾਈਂ ਜੇਹਾ। ਕਹਿੰਦੇ ਸਤ ਸੰਗੀ ਜਨੋ ਸੱਚ ਜਾਣੋ। ਜਿਹੜਾ ਰੱਬ ਦੀ ਬੰਦਗੀ ਕਰਦਾ ਹੈ ਨਾ, ਜਿਹਨੇ ਆਪਣੇ ਅੰਦਰੋਂ ਹੰਕਾਰ ਨੂੰ, ਅਭਿਮਾਨ ਨੂੰ ਖਤਮ ਕਰ ਲਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੁਰਜਨਾਂ ਦੀ ਸੰਗਤ ਤੋਂ ਬਾਹਰ ਆ ਗਿਆ, ਕੇਵਲ ਪਰਮੇਸ਼ਰ ਦੀ ਬੰਦਗੀ ਕਰਦਾ ਹੈ, ਕਹਿਣ ਲੱਗੇ ਉਸ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਉਹ ਸਾਈਂ ਵਰਗੇ ਹੀ ਬਣ ਜਾਂਦੇ ਨੇ, ਉਹ ਨਿਰੰਕਾਰ ਵਰਗੇ ਹੀ ਹੋ ਜਾਂਦੇ ਨੇ। ਸੋ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਭਾਈ ਇਹਨਾਂ ਵਿਕਾਰਾਂ ਤੋਂ ਆਪਣੇ ਜੀਵਨ ਨੂੰ ਬਚਾ ਲਓ। ਐ ਸਾਧੂਓ, ਇਹਨਾਂ ਵਿਕਾਰਾਂ ਦੀ ਮਾਰ ਤੋਂ ਆਪਣੇ ਜੀਵਨ ਨੂੰ ਬਾਹਰ ਲੈ ਕੇ ਆ ਜਾਓ। ਨਹੀਂ ਤਾਂ ਸੱਚ ਇਹ ਹੈ ਕਿ ਇਹ ਵਿਕਾਰ ਤੁਹਾਡੇ ਜੀਵਨ ਨੂੰ ਤਬਾਹ ਕਰ ਦੇਣਗੇ। ਗੁਰਦੇਵ ਬਾਣੀ ਵਿੱਚ ਜ਼ਿਕਰ ਕਰਦੇ ਨੇ ਨਾ, ਵੀ ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉ ਕੰਚਨ ਸੁਹਾਗਾ ਟਾਲੈ। ਇਹ ਵਿਕਾਰ ਜਿਹੜੇ ਨੇ ਨਾ, ਇਹ ਸਾਡੀ ਕਾਇਆ ਨੂੰ ਅੰਦਰੋਂ ਅੰਦਰੀ ਗਾਲ ਦਿੰਦੇ ਨੇ, ਅੰਦਰੋਂ ਅੰਦਰੀ ਗਾਲ ਦਿੰਦੇ ਨੇ, ਸਾਨੂੰ ਨਹੀਂ ਪਤਾ ਲੱਗਦਾ। ਇਹ ਇਹੋ ਜਿਹੇ ਨੇ, ਇਹ ਅੰਦਰੋਂ ਅੰਦਰੀ ਤਬਾਹੀ ਮਚਾ ਦਿੰਦੇ ਨੇ। ਮੈਂ ਪੜ੍ਹ ਰਿਹਾ ਸਾਂ ਭਗਤ ਪਰਮਾਨੰਦ ਜੀ ਨੂੰ। ਭਗਤ ਪਰਮਾਨੰਦ ਜੀ ਕਹਿੰਦੇ ਨੇ, ਯਾਦ ਰੱਖੋ, ਜੇ ਤੁਸੀਂ ਧਰਮ ਦੀ ਸਾਧਨਾ ਕੀਤੀ, ਪਠਨ ਪਾਠਨ ਕੀਤਾ, ਪੂਜਾ ਪਾਠ ਕੀਤੀ, ਸਾਧੂ ਮਹਾਤਮਾ ਬਣ ਗਏ, ਬੜੀ ਸੇਵਾ ਕੀਤੀ, ਬਹੁਤ ਸੇਵਾ ਕੀਤੀ। ਭਗਤ ਪਰਮਾਨੰਦ ਜੀ ਕਹਿੰਦੇ ਨੇ, ਪਰ ਜੇ ਤੁਸੀਂ ਕਾਮ ਤੋਂ ਛੁਟਕਾਰਾ ਨਹੀਂ ਪਾਇਆ, ਕਾਮ ਨੂੰ ਕਾਬੂ ਵਿੱਚ ਨਹੀਂ ਕੀਤਾ, ਤੇ ਕ੍ਰੋਧ ਨੂੰ ਕਾਬੂ ਵਿੱਚ ਨਹੀਂ ਕੀਤਾ, ਲੋਭ ਨੂੰ ਕਾਬੂ ਵਿੱਚ ਨਹੀਂ ਕੀਤਾ, ਤੇ ਸੱਚ ਜਾਣਨਾ, ਜੋ ਕੁਝ ਹੁਣ ਤੱਕ ਕੀਤਾ ਉਹ ਸਭ ਕੁਝ ਨਿਫਲ ਹੋ ਜਾਏਗਾ, ਬੇਅਰਥ ਹੋ ਜਾਏਗਾ।
ਭਗਤ ਪਰਮਾਨੰਦ ਜੀ ਕਹਿੰਦੇ ਨੇ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਕਤੇ ਨਹੀਂ ਛੁੱਟੀ, ਨੇਹ ਪਲ ਭਈ ਸਭ ਸੇਵਾ। ਸਭ ਕੁਝ ਬੇਅਰਥ ਹੈ। ਜੋ ਕੁਝ ਮਨੁੱਖ ਬੜੀ ਸਾਧਨਾ ਦੇ ਨਾਲ ਕਰਦਾ ਹੈ, ਜੀਵਨ ਨੂੰ ਸਾਧ ਸਾਧ ਕੇ ਕਰਦਾ ਹੈ, ਪਰ ਇੱਕ ਦਿਨ ਆ ਗਿਆ ਕਾਮ, ਸਿਰ ਨੂੰ ਚੜ ਗਿਆ, ਜੋ ਕੁਝ ਸੀ ਸਭ ਕੁਝ ਖੂਹ ਵਿੱਚ ਪਾ ਲਿਆ। ਨਿਮਕ ਕਾਮ ਸਵਾਦ ਕਾਰਨ, ਕੋਟ ਜਨਮ ਦੁੱਖ ਪਾਵੈ। ਬੜਾ ਕੁਝ ਸਾਧਨਾ ਕੀਤੀ, ਬਹੁਤ ਕੁਝ ਕੀਤਾ, ਇੱਕ ਦਿਨ ਕ੍ਰੋਧ ਸਿਰ ਨੂੰ ਚੜ ਗਿਆ, ਜੋ ਕੁਝ ਸੀ ਸਭ ਕੁਝ ਤਬਾਹ ਹੋ ਗਿਆ। ਕ੍ਰੋਧ ਇੱਕ ਇਹੋ ਜਿਹੀ ਅਗਨ ਹੈ, ਵੱਡੇ ਵੱਡਿਆਂ ਦੀ ਸ਼ਾਂਤੀ ਨੂੰ ਭੰਗ ਕਰ ਦਿੰਦਾ ਹੈ। ਬਹੁਤ ਕੁਝ ਕੀਤਾ ਹੈ, ਇੰਨੀ ਲੰਬੀ ਸਾਧਨਾ ਕਰਦਾ ਰਿਹਾ, ਪੂਜਾ ਪਾਠ ਕਰਦਾ ਰਿਹਾ, ਧਰਮ ਗ੍ਰੰਥ ਪੜ੍ਹਦਾ ਰਿਹਾ, ਪਰ ਇੱਕ ਦਿਨ ਕੁਝ ਪਲ ਵਾਸਤੇ ਲੋਭ ਆਇਆ, ਕੁਝ ਸਕਿੰਟ ਵਾਸਤੇ ਲੋਭ ਆਇਆ, ਤੇ ਉਹ ਲੋਭ ਸਾਰੀ ਤਬਾਹੀ ਮਚਾ ਗਿਆ। ਉਹ ਲੋਭ ਸਭ ਕੁਝ ਖਤਮ ਕਰ ਗਿਆ। ਅਸੀਂ ਦੇਖਦੇ ਹਾਂ ਸਮਾਜ ਦੇ ਵਿੱਚ ਬਹੁਤ ਸਾਰੀਆਂ ਬੇਅੰਤ ਘਟਨਾਵਾਂ ਐਸੀਆਂ ਨੇ, ਇੱਕ ਪਲ ਦੀ ਖੇਡ ਹੁੰਦੀ ਹੈ, ਇੱਕ ਪਲ ਦੀ, ਔਰ ਉਹ ਪਲ ਅਜਿਹਾ ਭਿਆਨਕ ਹੁੰਦਾ ਹੈ ਕਿ ਮਨੁੱਖ ਦੇ ਜੀਵਨ ਨੂੰ ਤਬਾਹ ਕਰ ਦਿੰਦਾ ਹੈ। ਜੇ ਉਸ ਪਲ ਕਿਤੇ ਸਬਰ ਕੀਤਾ ਹੁੰਦਾ, ਉਸ ਪਲ ਕਿਤੇ ਸੰਤੋਖ ਕੀਤਾ ਹੁੰਦਾ, ਤੇ ਸ਼ਾਇਦ ਬਚਾਅ ਹੋ ਜਾਂਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸੇ ਕਰਕੇ ਸਾਨੂੰ ਸੁਚੇਤ ਕਰਦੇ ਨੇ, ਮਨੁੱਖਤਾ ਨੂੰ ਸੁਚੇਤ ਕਰਦੇ ਨੇ, ਤੇ ਉਹਨਾਂ ਧਰਮੀ ਕਹਾਉਣ ਵਾਲਿਆਂ ਨੂੰ ਵੀ ਸੁਚੇਤ ਕਰਦੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਭਲਿਓ ਇਹਨਾਂ ਤੋਂ ਬਚ ਜਾਓ। ਅਰਦਾਸ ਕਰਿਆ ਕੋ ਜਿਵੇਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਅਰਦਾਸ ਕਰਦੇ ਨੇ ਨਾ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ, ਨਾਨਕ ਪ੍ਰਭ ਸ਼ਰਣਾਗਤੀ ਕਰ ਪ੍ਰਸਾਦ ਗੁਰਦੇਵ। ਦਾਤਾ ਇਸ ਦੇਹੀ ਮੈਂ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੈ। ਇਹ ਤੇ ਸਾਡੇ ਅੰਮ੍ਰਿਤ ਨੂੰ ਲੁੱਟੀ ਜਾਂਦੇ ਨੇ, ਇਹ ਤਾਂ ਸਾਡੇ ਚੰਗੇ ਗੁਣਾਂ ਨੂੰ, ਅੰਮ੍ਰਿਤਮਈ ਗੁਣਾਂ ਨੂੰ ਲੁੱਟੀ ਜਾ ਰਹੇ ਨੇ, ਇਹ ਦਿਨ ਰਾਤ ਲੁੱਟ ਰਹੇ ਨੇ। ਕੋਈ ਵਿਰਲਾ ਹੈ ਜਿਹੜਾ ਗਾਫਲਤਾ ਦੀ ਨੀਂਦ ਵਿੱਚੋਂ ਜਾਗ ਜਾਂਦਾ ਹੈ, ਸੁਚੇਤ ਹੋ ਜਾਂਦਾ ਹੈ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਗਾ ਦਿੰਦੇ ਨੇ, ਚੇਤਨਤਾ ਬਖਸ਼ਿਸ਼ ਕਰਦੇ ਨੇ, ਭਲਿਆ ਉੱਠ, ਇਹ ਤੇਰਾ ਸਰਮਾਇਆ ਲੁੱਟ ਰਹੇ ਨੇ, ਉੱਠ, ਇਹਨਾਂ ਕੋਲੋਂ ਬਚ ਜਾ, ਜੀਵਨ ਤਬਾਹ ਨਾ ਹੋਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਗੁਰਦੇਵ ਆਖਦੇ ਨੇ, ਸੁਖ ਦੁੱਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨ, ਹਰਖ ਸੋਗ ਤੇ ਰਹਿ ਅਤੀਤਾ, ਤਿਨ ਜਗ ਤਤ ਪਛਾਨਾ। ਗੁਰਦੇਵ ਕਹਿੰਦੇ ਨੇ, ਐ ਸਾਧੂਓ, ਐ ਸੰਤੋ, ਐ ਆਪਣੇ ਆਪ ਨੂੰ ਧਰਮੀ ਕਹਾਉਣ ਵਾਲਿਓ, ਜਿੱਥੇ ਤੁਸੀਂ ਇਹ ਸਭ ਕੁਝ ਤਿਆਗਣਾ ਹੈ ਨਾ, ਉੱਥੇ ਨਾਲ ਤੁਹਾਡੇ ਜੀਵਨ ਵਿੱਚੋਂ ਹਰਖ ਅਤੇ ਸੋਗ ਵੀ ਖਤਮ ਹੋ ਜਾਣਾ ਚਾਹੀਦਾ ਹੈ। ਵੇਖੋ, ਰੱਬੀ ਬਾਣੀ ਨੇ ਸਾਡੀ ਬਹੁਤ ਅਗਵਾਈ ਕੀਤੀ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਜੇ ਤਿਆਗਣਾ ਹੀ ਹੈ ਨਾ, ਤੇ ਤਿਆਗ ਦਿਓ ਇਹਨਾਂ ਨੂੰ। ਤਿਆਗਣਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਮੋਹ ਤਿਆਗਣਾ। ਮੈਂ ਤਾਂ ਹੈਰਾਨ ਹੋ ਜਾਂਦਾ ਵੀ ਸੱਚੇ ਪਾਤਸ਼ਾਹ ਤੁਹਾਡਾ ਤੇ ਨਾ ਹੀ ਕਮਾਲ ਦਾ ਸੀ। ਜਦੋਂ ਪਹਿਲਾਂ ਨਾ ਤਿਆਗ ਮਲ ਸੀ, ਤੇ ਮੈਂ ਇੱਕ ਦਿਨ ਤਿਆਗ ਮਲ ਦੇ ਅਰਥ ਪੜ੍ਹ ਰਿਹਾ ਸੀ, ਤੇ ਅਰਥ ਪੜ੍ਹ ਕੇ ਹੀ ਹੈਰਾਨ ਹੋ ਗਿਆ। ਆਪ ਵੀ ਜਾਣਦੇ ਹੋ ਵੀ ਤਿਆਗ ਦਾ ਅਰਥ ਹੈ ਤਿਆਗਣਾ, ਤੇ ਮਲ ਦੇ ਅਰਥ ਕਈ ਹੁੰਦੇ ਨੇ। ਮਲ ਦਾ ਅਰਥ ਜੇ ਸਿੱਧਾ ਵੀ ਕਰ ਲਈਏ, ਮੈਲ, ਵਿਕਾਰ, ਕੁਝ ਵੀ ਕਹਿ ਸਕਦੇ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲਾ ਨਾਂ ਹੀ ਇਹ ਸੰਦੇਸ਼ ਦਿੰਦਾ ਹੈ, ਉਹ ਬੰਦਿਆ, ਜੇ ਤਿਆਗਣਾ ਤਾਂ ਆਪਣੇ ਅੰਦਰੋਂ ਇਹ ਮੈਲ ਨੂੰ ਤਿਆਗ ਦੇ, ਬੁਰਾਈਆਂ ਨੂੰ ਤਿਆਗ ਦੇ, ਇਹ ਕਾਮ ਕ੍ਰੋਧ ਲੋਭ ਹੰਕਾਰ ਨੂੰ ਤਿਆਗ ਦੇ। ਤਿਆਗਣਾ ਤਿਆਗਨ ਨੀਕਾ, ਤਿਆਗਣਾ ਚੰਗਾ ਹੈ, ਇਹਨਾਂ ਨੂੰ ਵਿਸ਼ੇ ਵਿਕਾਰਾਂ ਨੂੰ ਤਿਆਗ ਦੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ
ਗੁਰਦੇਵ ਦਾ ਨਾਂ ਹੀ ਬੜੇ ਕਮਾਲ ਦਾ ਹੈ। ਉਹ ਨਾਂ ਹੀ ਸਾਨੂੰ ਤਿਆਗਣ ਦੀ ਹਿਦਾਇਤ ਦੇ ਰਿਹਾ ਹੈ। ਸਤਿਗੁਰੂ ਕਹਿਣ ਲੱਗੇ, ਜਿਸ ਦਿਨ ਤੁਸੀਂ ਤਿਆਗ ਦਿੱਤਾ ਨਾ, ਇਹ ਆਪਣੇ ਅੰਦਰੋਂ ਕਾਮ, ਕ੍ਰੋਧ, ਲੋਭ, ਹੰਕਾਰ ਦੀ ਮੈਲ ਨੂੰ ਤਿਆਗ ਦਿੱਤਾ। ਸੱਚੀ ਗੱਲ ਤਾਂ ਇਹ ਹੈ, ਮੇਰੇ ਬਾਪੂ ਨੇ ਮੈਨੂੰ ਬਹਾਦਰੀ ਦਾ ਖਿਤਾਬ ਦਿੱਤਾ ਹੈ, ਤੁਹਾਨੂੰ ਵੀ ਬਹਾਦਰੀ ਦਾ ਖਿਤਾਬ ਮਿਲੇਗਾ, ਤੁਹਾਨੂੰ ਵੀ ਬਹਾਦਰੀ ਦਾ ਖਿਤਾਬ ਮਿਲੇਗਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਜਿਨ੍ਹਾਂ ਨੇ ਜਿਨ ਮਿਲ ਮਾਰੇ ਪੰਜ ਸੂਰਬੀਰ, ਐਸੋ ਕੌਣ ਬਲੀ ਰੇ। ਵੀ ਜਿਨ੍ਹਾਂ ਨੇ ਪੰਜ ਸੂਰਬੀਰਾਂ ਨੂੰ ਮਾਰ ਛੱਡਿਆ ਨਾ, ਉਹ ਤਾਂ ਬਲੀ ਹੈ, ਉਹ ਤਾਂ ਬਹਾਦਰ ਹੈ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਵੀ ਜਿੱਥੇ ਮੈਂ ਇਹਨਾਂ ਵਿਕਾਰਾਂ ਨੂੰ ਆਪਣੇ ਅੰਦਰੋਂ ਮਾਰ ਛੱਡਿਆ, ਉੱਥੇ ਜਦੋਂ ਮੈਂ ਟਾਕਰਾ ਕੀਤਾ, ਤੇਗ ਬਹਾਈ, ਮੇਰੇ ਬਾਪੂ ਨੇ ਮੇਰਾ ਨਾਂ ਤਿਆਗ ਮਲ ਤੋਂ ਤੇਗ ਬਹਾਦਰ ਰੱਖਿਆ ਸੀ। ਤੁਹਾਨੂੰ ਵੀ ਬਲੀ ਦਾ ਖਿਤਾਬ ਮਿਲੇਗਾ ਜੇ ਤੁਸੀਂ ਇਹਨਾਂ ਵਿਕਾਰਾਂ ਨੂੰ ਤਿਆਗ ਦਿੱਤਾ। ਉਸ ਤੋਂ ਬਾਅਦ ਹਰਕ ਸੋਗ ਨੂੰ ਤਿਆਗ ਦਿੱਤਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਹਰਕ ਸੋਗ ਤੋਂ ਉੱਤੇ ਰਹਿਣਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿਹਾ, ਸੰਤ ਜਨੋ, ਜਿਹੜਾ ਮਨੁੱਖ ਸੁੱਖ ਅਤੇ ਦੁੱਖ ਦੋਹਾਂ ਨੂੰ ਇੱਕੋ ਜਿਹਾ ਜਾਣਦਾ ਹੈ, ਸਮ ਬਰਾਬਰ ਕਰਕੇ ਜਾਣਦਾ ਹੈ, ਕੋਈ ਮਨੁੱਖ ਉਸ ਦਾ ਆਦਰ ਕਰੇ ਤਾਂ ਵੀ ਪਰਵਾਹ ਨਹੀਂ ਕਰਦਾ, ਜੇ ਕੋਈ ਉਸ ਦਾ ਨਿਰਾਦਰ ਕਰੇ ਤਾਂ ਵੀ ਉਸ ਨੂੰ ਪਰਵਾਹ ਨਹੀਂ ਹੈ। ਤੇ ਜਿਹੜਾ ਮਨੁੱਖ ਖੁਸ਼ੀ ਅਤੇ ਗਮੀ ਦੋਹਾਂ ਤੋਂ ਨਿਰਲੇਪ ਰਹਿੰਦਾ ਹੈ, ਖੁਸ਼ੀ ਦੇ ਵੇਲੇ ਹੰਕਾਰ ਵਿੱਚ ਨਹੀਂ ਆਉਂਦਾ, ਗਮੀ ਦੇ ਵੇਲੇ ਉਹ ਘਬਰਾਉਂਦਾ ਨਹੀਂ ਹੈ, ਉਸ ਨੇ ਜਗਤ ਵਿੱਚ ਜੀਵਨ ਦਾ ਭੇਦ ਸਮਝ ਲਿਆ ਹੈ। ਅੱਜ ਮੈਂ ਮੀਡੀਆ ਦੇ ਰਾਹੀਂ ਬੇਨਤੀ ਕਰਾਂਗਾ, ਜਿਹੜੇ ਲੋਕ ਘਰਾਂ ਵਿੱਚ ਬਹਿ ਕੇ ਸੁਣ ਰਹੇ ਨੇ, ਘਬਰਾਉਣ ਦੀ ਲੋੜ ਨਹੀਂ ਹੈ, ਖੁਸ਼ੀ ਵੇਲੇ ਹੰਕਾਰ ਵਿੱਚ ਨਹੀਂ ਆਉਣਾ। ਤੇ ਯਾਦ ਰੱਖੋ, ਅੱਜ ਦੁੱਖ ਵਾਪਰ ਰਿਹਾ ਸਾਰੇ ਸੰਸਾਰ ਦੇ ਵਿੱਚ, ਤੇ ਅੱਜ ਬਹੁਤ ਸਾਰੇ ਲੋਕ ਦਿਲ ਛੱਡ ਗਏ ਨੇ। ਘਬਰਾਉਣ ਦੀ ਲੋੜ ਨਹੀਂ। ਇਹ ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਇਹ ਸੁੱਖ ਅਤੇ ਦੁੱਖ ਰੂਪੀ ਦੋ ਕੱਪੜੇ ਨੇ, ਇਹ ਮਨੁੱਖ ਨਹੀਂ ਹੰਡਾਉਣੇ ਨੇ। ਅੱਜ ਦੁੱਖ ਹੰਡਾ ਰਹੇ ਆ, ਕੱਲ ਸੁੱਖ ਵੀ ਜ਼ਰੂਰ ਆਏਗਾ। ਕੱਲ ਸੁੱਖ ਹੰਡਾਇਆ ਸੀ, ਅੱਜ ਦੁੱਖ ਆ ਗਿਆ ਹੈ, ਇਹ ਬੀਤ ਜਾਏਗਾ, ਇਹ ਸਮਾਂ ਵੀ ਬਤੀਤ ਹੋ ਜਾਏਗਾ। ਬਸ ਹਾਂ, ਅਰਦਾਸ ਕਰਨ ਦੀ ਲੋੜ ਹੈ ਸਾਰਿਆਂ ਵਾਸਤੇ ਕਿ ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਗੁਰੂ ਨਾਨਕ ਨੇ ਸਾਨੂੰ ਸਿਖਾਇਆ ਹੀ ਇਹ ਹੈ, ਗੁਰੂ ਨਾਨਕ ਦੇ ਦਰ ਨੇ ਸਾਨੂੰ ਸਿਖਾਇਆ ਹੀ ਇਹ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਖੁਸ਼ੀ ਦੇ ਵਿੱਚ ਹੰਕਾਰ ਵਿੱਚ ਨਹੀਂ ਆਉਣਾ, ਦੁੱਖ ਦੇ ਵਿੱਚ ਜਿਹੜਾ ਹੈ ਉਹ ਨਿਰਾਸ਼ ਨਹੀਂ ਹੋਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਤੇ ਜਗ ਤਤ ਪਛਾਣਾ, ਉਹ ਤਤ ਦੀ ਗੱਲ ਨੂੰ ਪਹਿਚਾਣ ਲੈਂਦਾ ਹੈ ਜਿਹੜਾ ਇਸ ਅਵਸਥਾ ਵਿੱਚੋਂ ਗੁਜ਼ਰਦਾ ਹੈ। ਮੈਨੂੰ ਯਾਦ ਆ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸ, ਜਦੋਂ ਸਤਿਗੁਰੂ ਬਾਬੇ ਬਕਾਲੇ ਦੀ ਧਰਤੀ ਤੇ ਨੇ। ਕੱਲ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ, ਤੇ ਗੁਰਦੇਵ ਨੇ ਆਖਿਆ ਸੀ ਨਾ, ਬਾਬਾ ਬਸੇ ਗ੍ਰਾਮ ਬਕਾਲੇ। ਗੁਰੂ ਤੇਗ ਬਹਾਦਰ ਸਾਹਿਬ ਬਕਾਲੇ ਦੀ ਧਰਤੀ ਤੇ ਨੇ, ਤੇ ਉੱਥੇ 22 ਮੰਜੀਆਂ ਲਾ ਕੇ ਲੋਕ ਬੈਠ ਗਏ, ਪਖੰਡੀ ਬੈਠ ਗਏ, ਜਿਨ੍ਹਾਂ ਦਾ ਜੀਵਨ ਬਾਹਰੋਂ ਕੁਝ ਹੋਰ ਹੈ, ਅੰਦਰੋਂ ਕੁਝ ਹੋਰ ਹੈ। ਜਿਨ ਮਨ ਹੋਰ ਮੁਖ ਹੋਰ, ਸਿਕਾਂਡੇ ਕੱਚਿਆ। ਅਜਿਹੇ ਲੋਕ ਜਿਹੜੇ ਬਾਹਰੋਂ ਤਾਂ ਸਾਧੂਆਂ ਵਾਲਾ ਬਾਣਾ ਪਾ ਕੇ ਬੈਠੇ ਨੇ, ਪਰ ਹਜੇ ਉਹਨਾਂ ਨੇ ਆਪਣੇ ਅੰਦਰੋਂ ਅਹੰਕਾਰ ਨੂੰ ਤਿਆਗਿਆ ਨਹੀਂ ਹੈ, ਹਜੇ ਆਪਣੇ ਅੰਦਰੋਂ ਈਰਖਾ ਦਵੈਸ ਨੂੰ ਤਿਆਗਿਆ ਨਹੀਂ ਹੈ। ਜਦੋਂ ਭਾਈ ਮੱਖਣ ਸ਼ਾਹ ਲੁਬਾਣਾ ਜਾਂਦੇ ਨੇ, ਉਹ ਕੋਠੇ ਉੱਤੇ ਚੜ੍ਹ ਕੇ ਆਵਾਜ਼ ਦਿੰਦੇ ਨੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਉਹ ਇਤਿਹਾਸ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਧੀਰ ਮਲ ਗੋਲੀ ਵੀ ਚਲਵਾ ਦਿੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ, ਪਰ ਉਹ ਗੋਲੀ ਮੋਢੇ ਨੂੰ ਛੋਹ ਕੇ ਨਿਕਲ ਜਾਂਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੋਲ ਜੋ ਸਮਾਨ ਹੈ, ਸਾਜੋ ਸਮਾਨ, ਉਹ ਸਾਰਾ ਲੁੱਟ ਕੇ ਵੀ ਲੈ ਜਾਂਦਾ ਹੈ। ਪਰ ਪਾਤਸ਼ਾਹ ਕਹਿੰਦੇ ਨੇ, ਮੱਖਣ ਸ਼ਾਹ ਲੁਬਾਣਾ ਕਹਿੰਦਾ ਗੁਰਦੇਵ ਲੈ ਕੇ ਆਵਾਂ, ਪਾਤਸ਼ਾਹ ਕਹਿੰਦੇ ਨਹੀਂ, ਕੋਈ ਲੋੜ ਨਹੀਂ ਹੈ, ਰਹਿਣ ਦੋ ਸਮਾਨ ਉਹਦੇ ਕੋਲ ਹੀ, ਛੱਡ ਦਿੱਤਾ। ਗੁਰਦੇਵ ਪਾਤਸ਼ਾਹ ਜੀ ਡੋਲੇ ਨਹੀਂ, ਅਡੋਲ ਚਿੱਤ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜੀਵਨ ਐਡੇ ਕਮਾਲ ਦਾ ਹੈ। ਮੇਰੇ ਗੁਰਦੇਵ ਪਾਤਸ਼ਾਹ ਜੇ ਉੱਥੋਂ ਦਰਬਾਰ ਸਾਹਿਬ ਹਰਮੰਦਰ ਸਾਹਿਬ ਗੁਰੂ ਰਾਮਦਾਸ ਦਾ ਸ਼ੁਕਰਾਨਾ ਕਰਨ ਗਏ ਨੇ ਨਾ, ਤੇ ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਲਏ।
ਤਾਂ ਵੀ ਗੁਰਦੇਵ ਪਾਤਸ਼ਾਹ ਇੱਕੋ ਗੱਲ ਕਹਿੰਦੇ ਨੇ, ਭਾਈ ਮੈਂ ਤਾਂ ਬੜੀ ਆਸ ਨਾਲ ਆਇਆ ਸਾਂ ਵੀ ਉੱਥੇ ਸਾਧੂ ਨੇ, ਮਹਾਤਮਾ ਨੇ, ਤੁਸੀਂ ਸੰਤ ਪੁਰਸ਼ ਹੋ, ਗੁਰੂ ਦਰ ਦੀ ਸੇਵਾ ਕਰਦੇ ਹੋ, ਮੈਨੂੰ ਨਹੀਂ ਪਤਾ ਤੁਹਾਡੇ ਅੰਦਰ ਐਡਾ ਅਭਿਮਾਨ ਵੀ ਹੈ, ਐਡਾ ਹੰਕਾਰ ਵੀ ਹੈ। ਮੈਂ ਤਾਂ ਇੱਕੋ ਗੱਲ ਕਹਾਂਗਾ ਕਿ ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਅੰਤਰ ਅਗਨ ਤੇ ਬਹੁਤ ਸੜੀਏ। ਤੁਹਾਡੇ ਅੰਦਰ ਈਰਖਾ ਦੀ ਅੱਗ ਬਹੁਤ ਹੈ, ਸਾੜੇ ਦੀ ਅਗਨ ਹੈ, ਇਹਨੂੰ ਖਤਮ ਕਰ ਲਓ। ਇਹੀ ਸੰਦੇਸ਼ ਦੇ ਰਹੇ ਨਾ ਸਤਿਗੁਰੂ ਪਾਤਸ਼ਾਹ, ਸਾਧੋ ਮਨ ਕਾ ਮਾਨ ਤਿਆਗੋ। ਸਾਨੂੰ ਜੀਵਨ ਵਿੱਚ ਸਿੱਖਣਾ ਚਾਹੀਦਾ ਹੈ। ਸਾਨੂੰ ਮੱਥੇ ਤੂੜੀਆਂ ਨਹੀਂ ਪਾਣੀਆਂ ਚਾਹੀਦੀਆਂ, ਵੱਟ ਨਹੀਂ। ਅੱਜ ਤੇ ਮੈਂ ਕਮਾਲ ਦਾ, ਸਾਧੂ ਨੂੰ ਵੇਖ ਕੇ ਮੱਥੇ ਤੂੜੀਆਂ ਪਾ ਲੈਂਦਾ ਹੈ, ਪੰਡਤ ਨੂੰ ਵੇਖ ਕੇ ਮੱਥੇ ਤੂੜੀਆਂ ਪਾ ਲੈਂਦਾ ਹੈ, ਗਿਆਨੀ ਨੂੰ ਵੇਖ ਕੇ ਤੂੜੀਆਂ ਪਾ ਲੈਂਦਾ ਵੀ ਇਹ ਪਤਾ ਨਹੀਂ ਮੇਰਾ ਹੱਕ ਮਾਰਨ ਆ ਗਿਆ। ਨਹੀਂ ਨਹੀਂ ਨਹੀਂ, ਗੁਰਦੇਵ ਪਾਤਸ਼ਾਹ ਕਹਿੰਦੇ ਨੇ ਨਹੀਂ, ਸਾਨੂੰ ਤਾਂ ਸਿਖਾਇਆ ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰ ਕੇ ਪਿਆਰੇ। ਆਓ ਆ ਕੇ ਮਿਲੋ, ਹੰਕਾਰ ਤਿਆਗ ਦਈਏ। ਅਸੀਂ ਆਪਣੇ ਅੰਦਰੋਂ ਹੰਕਾਰ ਬਿਰਤੀ ਨੂੰ ਤਿਆਗ ਦਈਏ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਚੇਤੇ ਰੱਖਣਾ, ਉਸਤਤ ਨਿੰਦਿਆ ਦੋ ਤਿਆਗੈ, ਖੋਜੈ ਪਦ ਨਿਰਬਾਨਾ, ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਸੰਤ ਜਨੋ, ਜਿਹੜੀ ਮੈਂ ਬੇਨਤੀ ਤੁਹਾਨੂੰ ਕਰ ਰਿਹਾ ਨਾ, ਇਹ ਹਕੀਕਤ ਵੀ ਸਮਝ ਲਓ ਕਿ ਜੀਵਨ ਉਸ ਨੂੰ ਕਹਿੰਦੇ ਨੇ, ਸੰਤ ਉਸ ਨੂੰ ਕਹਿੰਦੇ ਨੇ, ਮਹਾਪੁਰਸ਼ ਉਸ ਨੂੰ ਕਹਿੰਦੇ ਨੇ, ਜਿਹੜਾ ਕਿ ਉਹ ਮਨੁੱਖ ਅਸਲੀਅਤ ਜਿਹੜਾ ਹੈ, ਅਸਲੀਅਤ ਦੇ ਵਿੱਚ ਜਿਹੜਾ ਤੱਤ ਨੂੰ ਪਹਿਚਾਣ ਲੈਂਦਾ ਹੈ। ਗੱਲ ਕੀ ਹੈ? ਜਿਸ ਨੇ ਆਪਣੇ ਅੰਦਰੋਂ ਨਿੰਦਾ ਨੂੰ ਤਿਆਗ ਦਿੱਤਾ ਹੈ, ਉਸਤਤ ਨੂੰ ਤਿਆਗ ਦਿੱਤਾ ਹੈ। ਉਹ ਪਰਵਾਹ ਨਹੀਂ ਕਰਦਾ, ਕੋਈ ਭਲਾ ਕਹੋ ਕੋਈ ਬੁਰਾ ਕਹੋ, ਹਮ ਤਨ ਦਿਓ ਹੈ ਡਾਰ। ਹੁਣ ਕੋਈ ਮਾੜਾ ਕਹੇ ਕੋਈ ਚੰਗਾ ਕਹੇ, ਸਾਨੂੰ ਪਰਵਾਹ ਨਹੀਂ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਸੱਚ ਇਹ ਹੈ ਕਿ ਇਹ ਜੀਵਨ ਖੇਡ ਖੇਡਣੀ ਔਖੀ ਹੈ। ਜੀਵਨ ਖੇਡ ਖੇਡਣੀ ਔਖੀ ਹੈ। ਕੋਈ ਵਿਰਲਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਇਸ ਨੂੰ ਸਮਝਦਾ ਹੈ। ਮੈਂ ਬੇਨਤੀ ਕਰਦੇ ਹਾਂ ਅਖੀਰ ਵਿੱਚ, ਜੀਵਨ ਜਿਉਣਾ ਇੱਕ ਕਲਾ ਹੈ। ਜੀਵਨ ਜਿਉਣਾ ਇੱਕ ਕਲਾ ਹੈ, ਜੀਵਨ ਇੱਕ ਖੇਡ ਹੈ। ਪਰ ਇੱਕੋ ਹੀ ਬੇਨਤੀ ਸਤਿਗੁਰੂ ਮਹਾਰਾਜ ਕਰਦੇ ਨੇ, ਕਲਾ ਜ਼ਰੂਰ ਹੈ, ਖੇਡ ਖੇਡਣੀ ਵੀ ਹੈ, ਪਰ ਚੇਤੇ ਰੱਖਣਾ, ਐਸੀ ਕਲਾ ਨਾ ਖੇਡੀ ਹੈ ਜਿਤ ਦਰਗਾਹ ਗਿਆ ਹਾਰੀ ਹੈ। ਇਹੋ ਜਿਹੀ ਖੇਡ ਨਾ ਖੇਡ ਬੈਠੀਏ ਕਿ ਮਾਲਕ ਦੀ ਦਰਗਾਹ ਵਿੱਚ ਹਾਰ ਜਾਈਏ। ਨਹੀਂ, ਉਸ ਮਾਲਕ ਦੀ ਦਰਗਾਹ ਵਿੱਚ ਅਸੀਂ ਸੁਰਖਰੂ ਹੋ ਕੇ ਜਾਈਏ, ਜਿੱਤ ਕੇ ਜਾਈਏ। ਤੇ ਉਹ ਜਿੱਤ ਕੇ ਜਾਂਦੇ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਇਹਨਾਂ ਵਿਕਾਰਾਂ ਨੂੰ ਜਿੱਤ ਲਿਆ। ਗੁਰੂ ਕਿਰਪਾ ਕਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੁਨੇਹਾ ਸਾਡੇ ਜੀਵਨ ਵਿੱਚ ਵਸੇ ਜੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਨਾ ਚਿਤਾਰਦੇ ਹੋਏ ਆਪ ਜੀ ਨੇ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।